अस्सलाम वालेकुम। प्रोग्राम तफ्तीशी के साथ मैं हूं सलमान कुरैशी। नाजरीन, बात करेंगे चुद्राहट के तनाज़ों पर कि चुद्राहट के तनाज़े किस तरह से शिद्दत इख्तियार कर जाते हैं और किस किस्म का जानी नुकसान उनके बाइस लोगों को भुगतना पड़ता है। हडियारा के इलाका में एक खौफनाक तसादुम सामने आया जिसमें फकीर ग्रुप की जानिब से राजपूत ग्रुप पर फायरिंग कर दी गई और 4 साला बच्ची मासूम नन्ही परी अदन फातिमा उस गोलियों का निशाना बनी और जहाने फानी से कूच कर गई। आखिर ये वाकया शुरू कैसे हुआ, ये शिद्दत कैसे इख्तियार कर गया, ये तमाम तर तफसीलात जानते हैं उस नाना से जिसकी नवासी को ये गोलियां लगी। अच्छा शौकत साहब की होया कि उस दिन वाकया क्यों होया, क्यों गोलियां चलाइयां दूसरी पार्टी ने और दूसरी पार्टी है कौन ते ਤੁਹਾਡਾ ਤਨਾਜ਼ਾ ਕੀ ਉਹਨਾਂ ਦੇ ਨਾਲ? ਤਨਾਜ਼ਾ ਤਾਂ ਸਾਡੇ ਕੋਈ ਵੀ ਨਹੀਂ, ਪਹਿਲੇ ਵੀ 2-4 ਦਿਨ ਪਹਿਲਾਂ ਲੜਾਈ ਹੋਈ ਸੀ ਉਹਨਾਂ ਨਾਲ। ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਆ ਕੇ ਤੇ ਸੁਲ੍ਹਾ ਕਰਾ ਦਿੱਤੀ। ਕੀ ਲੜਾਈ ਹੋਈ ਸੀ? ਲੜਾਈ ਆਪਸੇ ਜੀ ਮੁੰਡੇ ਲੜੇ, ਉਹ ਵੀ ਲੜਦੇ ਲੁੜਦੇ ਰਹੇ ਇੱਕ ਦੂਸਰੇ ਨੂੰ। ਕਿਉਂ ਲੜਦੇ ਰਹੇ? ਕੋਈ ਵਜ੍ਹਾ ਹੁੰਦੀ ਹੈ ਲੜਨ ਦੇ ਪਿੱਛੇ ਸ਼ੌਕਤ ਸਾਹਿਬ? ਜਦੋਂ ਵੀ ਕਿਸੇ ਦੀ ਲੜਾਈ ਹੁੰਦੀ ਹੈ ਕੋਈ ਨਾ ਕੋਈ ਤਨਾਜ਼ਾ ਹੁੰਦਾ ਪਿੱਛੇ। ਕੀ ਤਨਾਜ਼ਾ ਸੀ ਤੁਹਾਡਾ? ਤਨਾਜ਼ਾ ਤਾਂ ਉਹਨਾਂ ਨੇ ਕੋਈ ਵੀ ਨਹੀਂ ਸੀ। ਬੱਚੇ ਲੜਦੇ ਨੇ ਪਹਿਲੇ। ਅੱਛਾ, ਤੇ ਵੱਡੇ ਉਹਨਾਂ ਦੇ ਆਂਦੇ ਨੇ ਉਹ ਬੱਚੇ ਕਿਉਂ ਲੜੇ? ਕ੍ਰਿਕਟ ਖੇਲਦੇ ਲੜੇ, ਉਹਨੇ ਉਹਦੀ ਬਾਲ ਗਵਾਤੀ ਸੀ, ਬੱਚੇ ਕਿਉਂ ਲੜੇ? ਕੀ ਵਜ੍ਹਾ ਸੀ ਬੱਚਿਆਂ ਦੇ ਲੜਨ? ਬਾਲ ਤਾਂ ਕੋਈ ਵੀ ਦੌੜਾ ਨਹੀਂ ਸੀ। ਹਾਂਜੀ, तो सिर्फ बच्चे उत्थे फिर रहे थे ना, अपने दो बड़े मुंडे से एक दूसरे मोटरसाइकिल मगरों मारी बस उन्हें आके। सिर्फ दौड़ आए थे 3-4 दिन पहले लड़ाई हुई ना, उसकी सुलह करती थी। ਅੱਛਾ, पर इकट्ठी हुई सुलह हो गई, काम नहीं बढ़ गया। ਕਿਹਨਾਂ ਨਾਲ ਲੜਾਈ ਹੋਈ ਤੁਹਾਡੀ? उत्थे आए ना पखेरा ना लियाकत के पखेरा ना। ਅੱਛਾ, ਉਹ ਕੌਣ ਹੈਗੇ? ਬਦਮਾਸ਼ ਹੈ ਇੱਧਰ ਦੇ? बदमाश भी कोई नहीं, दूसरे बदमाश ने ਜਿਹੜੇ ਖਰਕਾਂ ਪਿੰਡ ਵਾਲੇ ਨੇ ਲੱਭਾ ਤੇ ਮੰਗਾ। ਅੱਛਾ, 2 ਨੰਬਰ ਦਾ ਪਾਊਡਰ ਛੁੱਟਦੇ ਨੇ ਇੰਡੀਆ 'ਚ। ਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਮਸ਼ਵਰਾ ਕੀਤਾ, ਰਾਜਪੂਤਾਂ ਨੂੰ ਨਿਬੜ ਲੈਣੇ ਆਏ ਰੋਜ਼। ਤੇ ਫਿਰ ਕੀ ਹੋਇਆ? ਫਿਰ ਉਸ ਤੋਂ ਬਾਅਦ ਉਹਨਾਂ ਮਸ਼ਵਰਾ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਣਾ ਚੱਲਦੇ ਰਹੇ। ਸਾਡੇ ਮੁੰਡੇ ਦੇ ਮੈਡੀਕਲ ਨੂੰ ਆ ਗਏ ਨੇ, ਸਿਰ ਪਾਟ ਗਏ ਸੀ ਉਹਨਾਂ ਦੇ। ਅੱਛਾ, ਤੇ ਫਿਰ ਆਪਣਾ ਉਹਨਾਂ ਮਸ਼ਵਰਾ ਕਰਕੇ ਵੀ ਸ਼ਾਮ ਨੂੰ ਨਾ ਇਹਨਾਂ ਨੂੰ ਖਤਮ ਕਰ ਦਿਓ, ਰਾਜਪੂਤਾਂ ਨੂੰ ਮੁਕਾ ਲੈਣੇ, ਨਿਬੜ ਲੈਣੇ। ਮੈਨੂੰ ਵੀ ਖੁਦ ਮਿਲੇ ਨੇ ਕਾਰ 'ਚ ਆ ਕੇ, ਫਿਰ ਲੱਭਾ ਤੇ ਮੰਗਾ ਅਗੇ ਸ਼ਾਮ ਨੂੰ ਨਿਬੜ ਲੈਣੇ, ਕਰ ਦਿੰਦੇ ਤੁਹਾਡਾ ਕੰਮ ਆ ਕੇ ਫਾਇਰਿੰਗ ਦਾ। ਅੱਛਾ, ਮੁਕਾ ਦੇਣਾ ਕੰਮ। ਤੁਸੀਂ ਨਹੀਂ ਕੁਝ ਕਿਹਾ ਹੋਣਾ? ਮੈਂ ਉਹਨੂੰ ਕੋਈ ਨਹੀਂ, ਮੈਂ ਲਾਗੂ ਫਿਰ ਮੈਂ ਟੋਰ ਕੇ ਭਰਾ ਆ ਗਿਆ। ਪੁਲਿਸ ਨੂੰ ਦੱਸਿਆ? ਫਿਰ ਉਹਨਾਂ ਉਹ ਚਲੇ ਗਏ ਨੇ ਆਪਣਾ। ਪੁਲਿਸ ਨੂੰ ਦੱਸਿਆ? ਪੁਲਿਸ ਨੂੰ ਅਸੀਂ ਨਾ, ਪੁਲਿਸ ਵਾਲੇ ਆਏ ਨੇ ਸਾਡੇ ਕੋਲ, ਉਹਨਾਂ ਨੂੰ ਲੈ ਗਏ ਫੜ ਕੇ ਫਿਰ ਲਿਆਕਤ ਨੂੰ। ਅੱਛਾ, ਲਿਆਕਤ ਨੂੰ ਲੈ ਕੇ ਫੜ ਕੇ ਸਾਨੂੰ ਕਹਿਣ ਲੱਗੇ ਤੁਸੀਂ ਨਹੀਂ ਹੁਣ ਕੋਈ ਸ਼ਰਾਰਤ ਕਰਨੀ, ਅਸੀਂ ਇਹਨਾਂ ਨੂੰ ਲੈ ਚੱਲੇ ਹਾਂ। ਜਦੋਂ ਫਿਰ ਹਮਲਾ ਕੀਤਾ ਉਹਨਾਂ ਦੇ ਨਾਲ ਆਇਆ ਫਿਰ ਲਿਆਕਤ। ਲਿਆਕਤ ਕੌਣ ਹੈ? ਐਵੇਂ ਪਖੀਰ। ਅੱਛਾ, ਇਹਨਾਂ ਨਾਲ ਲੜਾਈ ਸੀ ਤੁਹਾਡੀ? ਹਾਂ, ਇਹਨਾਂ ਨਾਲ ਸੀ। ਲਿਆਕਤ ਹੋਰ? ਹਾਂ, ਇਹਨੇ ਫਿਰ ਅੱਗੇ ਉਹ ਕਿਹੜੇ ਨੇ ਖਰਕਾ ਪਿੰਡ ਦਾ ਲੱਭਾ ਤੇ ਮੰਗਾ, ਉਹਨਾਂ ਨਾਲ ਮਸ਼ਵਰਾ ਕਰਕੇ ਸਾਰਾ ਤੇ ਫਿਰ ਇਹ ਕੰਮ ਸਾਡੇ ਤੇ ਹਮਲਾ ਕੀਤਾ। ਤੇ ਸ਼ਾਮ ਨੂੰ 5:30 ਦਾ ਟਾਈਮ ਸੀ ਜਦੋਂ ਹਮਲਾ ਕਿੰਜ ਕੀਤਾ? ਕੀ ਗੱਡੇ ਲੈ ਕੇ ਆਏ? ਕੀ ਕਹਿੰਦੇ ਮਤਲਬ? ਸਾਰਿਆਂ ਕੋਲ ਹਥਿਆਰ ਸੀ, ਗੱਡੀ ਕਾਰ ਵੀ ਸੀ ਇੱਕ। ਆ ਕੇ ਅਚਾਨਕ ਅਸੀਂ ਮਿੰਜੇ ਵਾਲੇ ਇੱਕ ਰੁੱਖ ਥੱਲੇ ਬੈਠੇ ਹਾਂ ਤੇ ਸਾਨੂੰ ਉਦੋਂ ਪਤਾ ਲੱਗਾ ਜਦੋਂ ਕੌਣ ਬੈਠਾ ਸੀ ਤੁਹਾਡੇ ਨਾਲ? ਇੱਕ ਆ ਮੇਰਾ ਭਾਈ ਲਤੀਫ ਸੀ, ਇੱਕ ਬਸ਼ੀਰ ਸੀ ਲੱਭਾ, ਤੇ ਇੱਕ ਰਮਜ਼ਾਨ ਸੀ, ਤੇ ਮੈਂ ਵੀ ਉੱਥੇ ਹੀ ਸੀ ਲਾਗੇ ਮਿੰਜੇ ਦੇ ਮੌਕੇ ਤੇ ਸੀ ਉੱਥੋਂ। ਅੱਛਾ, ਕੀ ਕੀਤਾ ਉਹਨਾਂ ਨੇ? ਆ ਕੇ ਇੱਕਦਮ ਹੀ ਸਾਡੇ ਇੱਧਰ ਇੱਕ ਦਾएं ਹੱਥ ਨੂੰ ਮੇਰੇ ਗੇਟ ਕਿੱਥੇ ਨਾਲ ਹੀ ਮਸਜਿਦ ਦੇ ਸਾਹਮਣੇ, ਉੱਥੋਂ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ। ਤੇ ਮੇਰੇ ਦਰਵਾਜ਼ੇ ਤੋਂ ਲੰਘਦੇ ਲੰਘਦੇ ਅੱਗੇ ਚਲੇ ਗਏ ਨੇ ਆਪਣੇ ਘਰ ਨੂੰ। ਜਦੋਂ ਆਪਣੇ ਘਰ ਨੂੰ ਗਏ ਨੇ ਫਿਰ ਹਟ ਕੇ ਤੇ ਫਾਇਰਿੰਗ ਕਰਦੇ ਰਹੇ ਨੇ। ਤੇ ਉਹ ਸਾਹਮਣੇ ਬਸ ਉੱਥੇ ਅਸੀਂ ਸਾਈਡਾਂ ਤੇ ਹੋ ਗਏ, ਇਹ ਵੀ ਕੰਧਾਂ ਤੇ ਖੁੱਲੇ ਹੋ ਗਏ ਉੱਧਰ ਉੱਧਰ, ਤੇ ਬੱਚੇ ਉੱਥੇ ਖਲੋਤੇ ਸੀ, ਉਹਨੂੰ ਸਿੱਧਾ ਫਾਇਰ ਵੱਜੇ। ਵਾਪਸ ਫਿਰ ਫਾਇਰ ਮਾਰਿਆ ਚੱਲ। ਉਹ ਬੱਚੀ ਕੌਣ ਸੀ? ਮੇਰੀ ਨਵਾਸੀ। ਨਵਾਸੀ ਕਿੰਨੇ ਸਾਲ ਦੀ? ਇਹ 4 ਸਾਲ ਦੀ ਹੈ। ਤੇ ਸਮੜਾ ਸਾਲੇ 8 ਦਿਨ ਹੋਏ ਸੀ ਮੈਂ ਲਿਆ ਸੀ, ਰੋਜ਼ ਹੀ ਰੋਂਦੀ ਸੀ ਇੱਥੇ ਵੀ ਛੁੱਟੀਆਂ ਨੇ, ਮੈਨੂੰ ਲੈ ਜਾ ਮੈਨੂੰ ਲੈ ਜਾ। ਹਾਲਾਂਕਿ ਹਾਲ 2-3 ਸਾਲ ਆਉਣ ਵੀ ਨਹੀਂ ਦਿੰਦਾ ਸੀ। ਓਕੇ, ਤੇ ਕਿੱਥੇ ਰਹਿੰਦਾ? ਸਾਹਮਣੇ ਆ ਰਹਿੰਦਾ। ਤੇ ਕਿੱਥੇ ਗੋਲੀ ਵੱਜੀ ਬੱਚੀ? ਗੋਲੀ ਇੱਥੇ ਵੱਜੀ ਆ, ਇੱਥੇ ਇੰਜਨ। ਉਹ ਮੌਕੇ ਤੇ ਡੈਥ? ਮੌਕੇ ਤੇ ਬੋਲਦੀ ਵੀ ਨਹੀਂ ਉੱਥੇ। ਤੇ ਫਿਰ ਸਾਨੂੰ ਹੁਣ ਸਾਰੀ ਉਮਰ ਨੂੰ ਹੋ ਗਿਆ। ਹੁਣ ਕੱਲ ਗਈ ਹੈ, ਉਹ ਗਾਲਾਂ ਤੇ ਗਾਲਾਂ ਕੱਢ ਰਿਹਾ, ਬੱਚੀ ਨੂੰ ਵੀ ਲਿਆ। ਫਿਰ ਤੁਸੀਂ ਪੁਲਿਸ ਦੇ ਨਾਲ ਰਾਬਤਾ ਕੀਤਾ? ਪੁਲਿਸ ਤਾਵਨ ਕਰ ਰਹੀ ਹੈ, ਮੁਲਜ਼ਮ ਗ੍ਰਿਫਤਾਰ ਕਰ ਲਏ ਪੁਲਿਸ ਨੇ? ਹਾਂ, ਪੁਲਿਸ ਨੇ ਮੌਕੇ ਸਾਰੇ ਪਹੁੰਚ ਗਏ ਮੌਕੇ? ਸਾਰੇ ਪਹੁੰਚ ਗਏ ਨੇ, ਸਾਡੇ ਨੂੰ ਤਾਵਨ ਕੀਤਾ। ਤਾਵਨ ਕੀਤਾ। ਤੇ ਹੁਣ ਕੀ ਦਰਖਾਸਤ ਕਰਦੇ ਹੋ ਮਜ਼ੀਦ? ਕੋਈ ਤੁਹਾਡੀ ਕਾਰਵਾਈ ਨਹੀਂ ਕਰ ਰਹੀ ਪੁਲਿਸ? ਕੀ ਕਰ ਰਹੀ ਹੈ? ਠੀਕ ਹੈ, ਆਪਣਾ ਸਾਡੇ ਤਾਵਨ ਕਰ ਰਿਹਾ, ਅਦਨਾਨ ਸਾਹਿਬ ਕਰ ਰਿਹਾ ਜੋ ਵੀ ਕਰਨਾ। ਠੀਕ ਹੈ। ਅਦਨਾਨ ਸਾਹਿਬ ਤਫਤੀਸ਼ੀ ਗਏ ਚਾਰਜ ਇਨਵੈਸਟੀਗੇਸ਼ਨ? ਹਾਂਜੀ। ਅੱਛਾ, ਕੀ ਕਹਿੰਦੇ? ਸਾਨੂੰ ਯਕੀਨ ਹੈ ਤੇ ਜੋ ਕਰ ਰਿਹਾ ਠੀਕ ਹੈ। ਸਾਨੂੰ ਇਨਸਾਫ ਚਾਹੀਦਾ।
ਜਾਂ ਅੱਲਾ ਤੇ ਡੋਰੀ ਹੈ ਸਾਡਾ ਉਹ ਤੇ 2 ਨੰਬਰ ਬੰਦੇ ਨੇ ਪਾਊਡਰ ਥੋੜੇ ਪੈਸਾ ਬਥੇਰਾ ਉਹਨਾਂ ਕੋਲ। ਅਸਲ 'ਚ ਵਜ੍ਹਾ ਕੀ ਹੈ ਤੁਹਾਡੀ ਲੜਾਈ ਦੀ, ਉਹ ਨਹੀਂ ਸਮਝ ਆ ਪਾ ਰਹੀ ਹੁਣ ਤੱਕ। ਲੜਾਈ ਕਿਸੇ ਨਾ ਕਿਸੇ ਵਜ੍ਹਾ ਤੋਂ ਹੁੰਦੀ ਹੈ ਨਾ, ਕੋਈ ਵਜ੍ਹਾ ਤੇ ਹੀ ਗੋਲੀ ਚੱਲਦੀ ਹੈ, ਐਵੇਂ ਨਹੀਂ ਕੋਈ ਕਿਸੇ ਦੇ ਘਰ ਦੇ ਬਾਹਰ ਗੋਲੀ ਚਲਾ ਦਿੰਦਾ। ਵਜ੍ਹਾ ਤਾਂ ਕੋਈ ਵੀ ਨਹੀਂ। ਉਦੋਂ ਸਵੇਰ ਮੋਟਰਸਾਈਕਲ ਮਾਰੀ ਉਹਨੇ ਮੇਰੇ ਭਤੀਜੇ ਨੇ, ਅੱਛਾ, ਪਿੱਛੋਂ ਆ ਕੇ ਨਾ। ਤੇ ਭਤੀਜੇ ਨੇ ਉਹਨੂੰ ਚਪੇੜ ਮਾਰਤੀ ਹੋਣੀ? ਨਹੀਂ, ਕੋਈ ਵੀ ਨਹੀਂ ਮਾਰੀ। ਹਾਂਜੀ, ਹੁਣ ਪਿੱਛੇ ਵੇਖਿਆ ਤਾਂ ਆਂਦਾ ਵੱਟ ਦੇ ਰਹੇ ਮੁੱਛਾਂ ਨੂੰ। ਮੈਂ ਆਖਿਆ ਚੱਲ ਛੱਡ ਪਰਾਂ, 2 ਜਣੇ ਸੀ ਮੋਟਰਸਾਈਕਲ ਤੇ। ਤੋਂ ਫਿਰ ਗਾਂਹ ਟੁਰ ਪੜਿਆ ਅੱਗੇ ਮੋੜ ਤੇ ਜਾ ਕੇ, ਤੇ ਫਿਰ ਆਖੇ ਕੱਟ ਮਾਰਤੀ ਅੱਗੋਂ। ਮਿਸਾਲ ਥੱਲੋਂ ਨਹੀਂ ਜਾਣਾ ਸੀ ਨਾ, ਉੱਤੋਂ ਦੀ ਕੱਟ ਮਾਰੀ ਉਹਨੇ। ਉੱਥੇ ਲੜਨ ਲੱਗ ਪਏ ਨੇ। ਫਿਰ ਇਹਨਾਂ ਦੇ ਸਿਰ ਸੁਰ ਪਾਟ ਗਏ ਨੇ ਉੱਥੇ। ਫਿਰ ਮੈਡੀਕਲ ਕਰਾਉਣ ਆ ਗਏ। ਫਿਰ ਜਾ ਕੇ 5:30 ਮੰਗਾ ਤੇ ਲੱਭਾ, ਉਹ ਆਏ ਨੇ ਕਾਰ ਲੈ ਕੇ ਲੜਾਈ ਤੋਂ ਬਾਅਦ। ਮੈਨੂੰ ਵੀ ਮਿਲੇ, ਮੈਂ ਕਿਹਾ ਬਾਜ ਆ। ਅਸੀਂ ਚੁੱਪ ਕਰ ਰਹੇ, ਪੁਲਿਸ ਵੀ ਆਈ, ਅਸੀਂ ਚੁੱਪ ਕਰ ਰਹੇ। ਉਹਨੇ ਕਿਹਾ ਤੁਸੀਂ ਹੁਣ ਛੇੜਖਾਨੀ ਨਹੀਂ ਕਰਨੀ, ਅਸੀਂ ਇਹਨਾਂ ਨੂੰ ਲੈ ਚੱਲੇ ਹਾਂ। ਤੇ ਸ਼ਾਮ ਨੂੰ ਜਦੋਂ ਉਦੋਂ ਆਏ ਨੇ, ਜਦੋਂ ਸਾਡੇ ਤੇ ਹਮਲਾ ਕੀਤਾ, ਲੱਭਾ ਤੇ ਮੰਗਾ ਖਰਕ ਪਿੰਡ ਦੇ ਨੇ। ਨੰਬਰ ਬਦਮਾਸ਼ ਹੈ ਇੱਧਰ? ਹਾਂ, ਨਾ ਨਹੀਂ, ਉਹ ਸਾਨ ਕੇ ਨਹੀਂ, ਉਹ ਖਰਕ ਪਿੰਡ ਦੇ। ਅੱਛਾ, ਅਡਿਆਰੇ ਚੋਂ ਨਹੀਂ ਆਂਦਾ ਉਹ? ਬਰਕੀ ਨਹੀਂ, ਇੱਧਰ ਹੀ ਆਂਦਾ। ਅਡਿਆਰੇ ਦੇ ਵਿੱਚ ਹੀ ਆਂਦਾ। ਕੀ ਕੰਮ ਕਰਦੇ ਮੁਲਜ਼ਮਾਨ? ਇਹ 2 ਨੰਬਰ ਕੰਮ ਕਰਦੇ ਨੇ। ਕਿਹੜਾ? ਪਾਊਡਰ ਦਾ ਕੰਮ, ਇੰਡੀਆ ਸੁੱਟਦੇ ਨੇ। ਐਸਾ ਬਥੇਰਾ ਉਹਨਾਂ ਨੇ ਇਹੀ ਤੇ ਪਹਿਲੇ ਵੀ ਕਤਲ ਦੀ ਵਾਰਦਾਤਾਂ ਦੇ ਮੁਕੱਦਮਾਤ ਆ? ਪਹਿਲੇ ਕੋਈ ਨਹੀਂ ਕਤਲ ਕੋਈ ਨਹੀਂ ਹੋਇਆ। ਉਹਨਾਂ ਦਾ ਆਪਣਾ ਵੀ ਮਰਿਆ, ਉਹਨਾਂ ਦੇ ਅੱਗੇ ਵੀ ਦੁਸ਼ਮਣੀ ਹੈ, ਉਹਨਾਂ ਦੀ ਵੀ ਚੱਲਦੇ ਨੇ ਜੀ ਹਰ ਬੰਦੇ ਨਾਲ। 2 ਨੰਬਰ ਕੰਮ ਕਰਦੇ ਨੇ। ਤੁਹਾਡੀ ਬਰਾਦਰੀ ਕਿੰਨੀ ਹੈ? ਰਾਜਪੂਤ ਬਰਾਦਰੀ ਸਾਡੇ ਆਏ ਨੇ ਉੱਥੇ ਕੋਈ 10-12 ਘਰ। 10-12 ਘਰ? ਹਾਂ। ਤੁਹਾਡੀ ਬਾਕੀ ਕੀਤੀ ਕਿਸੇ ਨੇ ਲੜਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਉਹ ਲੜਨ ਆਏ? ਕੋਈ ਵੀ ਨਹੀਂ, ਸਾਡੇ ਆਪਣੀ ਬਰਾਦਰੀ ਸੀ, ਸਿਰਫ ਉਹਨਾਂ ਨੂੰ ਘੇਰਾ ਪਾਇਆ, ਹੋਰ ਕੋਈ ਵੀ ਨਹੀਂ ਸਾਡੇ ਨਾਲ ਲੱਗਿਆ। ਉਹ ਸਾਨੂੰ ਪਤਾ, ਜਿਵੇਂ ਕੀ ਪਤਾ ਕਿੰਨਾ ਕੁ ਨੁਕਸਾਨ ਕਰਨਾ ਸੀ ਸਾਡਾ। ਅਸੀਂ ਤਾਂ ਸਾਈਡਾਂ ਤੇ ਹੋ ਕੇ ਆਪਣੀ ਜਾਨ ਬਚਾਈ ਮੁਸਲਿਮ। ਹੁਣ ਕੀ ਮੁਤਾਲਬਾ ਕਰਦੇ ਹੋ ਤੁਸੀਂ? ਵਜ਼ੀਰ ਆਲਾ ਤੋਂ, ਆਈਜੀ ਪੰਜਾਬ ਤੋਂ, ਪੁਲਿਸ ਤਾਂ ਤਾਮਨ ਕਰ ਰਹੀ ਹੈ ਤੁਹਾਡੇ ਨਾਲ, ਫਿਰ ਵੀ ਕੀ ਮੁਤਾਲਬਾ? ਉਸ ਤੋਂ ਕਹਿ ਵੀ ਸਾਨੂੰ ਇਨਸਾਫ ਮਿਲੇ। ਮੇਰੀ ਤਾਂ ਬੇਟੀ ਥੋੜੀ ਮੁੱਜੜ ਗਈ, ਉਹ ਅੱਗੇ ਨਹੀਂ ਸਮਝਦਾ ਸੀ ਕੁਝ ਵੀ, ਕਿਉਂਕਿ ਨਿਵਾਸੀ ਹਾਂ ਜਿਹੜੀ ਹੈ ਉਸ ਅੱਗੇ ਮੈਂ 8 ਦਿਨ ਹੋ ਗਏ ਮੈਂ ਲਿਆ। ਮੈਂ ਕਿਹਾ ਲੈ, ਹਾਲਾਂਕਿ ਉਹ ਦਿਨ ਸਵੇਰ ਮਾਮੇ ਨੂੰ ਆਪਣੇ ਕਹਿ ਰਹੀ ਅੱਜ ਮੈਂ ਕੱਪੜੇ ਲਿਆਣੇ, ਮਾਮਾ ਦੇਗਾ ਮੇਰੇ ਕੱਪੜੇ। ਮਾਂ ਇਹ ਕੱਪੜੇ ਮੰਗ ਰਹੀ ਸੀ, ਸ਼ਾਮ ਨੂੰ ਖਤਮ ਹੋ ਗਈ। ਬਹੁਤ ਅਫਸੋਸਨਾਕ ਵਾਕਿਆ, ਅੱਲਾਹ ਪਾਕ ਤੁਹਾਨੂੰ ਸਬਰ ਦੇਵੇ। चार साला मासूम अदन फातिमा के कत्ल केस में पुलिस ने 4 मुल्जिमान को गिरफ्तार कर लिया। पुलिस ने तफ्तीश का आगाज कैसे किया और ये वाकया किस वजह से पेश आया, ये तमाम तर तफसीलात जानते हैं इस केस के तफ्तीशी और इंचार्ज इन्वेस्टिगेशन हडियारा अदनान रशीद की जुबानी। शुक्रिया अदनान साहब, आपने वक्त दिया। अदनान साहब, ये क्या वजह है झगड़े की जिसमें ये 4 साल बच्ची जान से हाथ धो बैठी? आखिर वजूहात क्या थी? किस तरह से तहकीकात का आगाज किया? तफ्तीश कैसे की? क्या हुआ ये मामला? असल में 4 से 5 दिन पहले ये 2 ग्रुप हैं मौजा सहान के इलाका थाना हडियारा में। वहाँ से 4 से 5 दिन पहले भी इन लोगों की आपस में लड़ाई झगड़ा हुआ है, एक दूसरे के घरों में तान झान के सिलसिले में। उस लड़ाई के लोगों ने कोई रिपोर्ट नहीं करवाई, कोई 15 की कॉल नहीं करवाई, पंचायती तौर पर बैठ के वो मसला अपना गाँव में ही हल कर लिया। वो क्या था अदनान साहब? वो यही था कि एक दूसरे के घर में साथ एक घर ज़ेरे तामीर था, वहाँ पर एक ग्रुप के बच्चे जो हैं वो लड़के छत पे गए हैं, तो दूसरे घर की खवातीन ने शिकायत किया कि हमारे घर में जो है ना बेपर्दगी होती है। ये मकतूल पार्टी की जानिब से शिकायत? ये मकतूल पार्टी की जानिब से। अच्छा। उसके बाद जिस दिन ये वकूआ हुआ है 8 जुलाई 2020 को, उस रोज सुबह के टाइम भी ये दोनों ग्रुप आपस में लड़े झगड़े हैं। लड़ाई झगड़ा करने के बाद मुकामी पुलिस को इतला मिली है, चौकी में नाला के जो चौकी इंचार्ज है वो मौके पे गए हैं। दोनों पार्टियां वहां से मेडिकल करवाने के लिए RFC पर की चले गई हैं और दोनों पार्टियों ने भी अपने मेडिकल देने थे और उस पर कार्रवाई होनी थी। इसी दौरान शाम को 5-6 बजे के करीब ये 2 ग्रुप हैं। जो मकतूल पार्टी बच्ची अदन फातिमा है, उसके नाना शौकत वगैरह ये राजपूत बरादरी है, और जो कातिल पार्टी है लियाकत वगैरह वो फकीर पार्टी है। फकीर पार्टी मतलब? फकीर उनकी कौमियत है। अच्छा अच्छा। उस शाम को 5-6 बजे असर और मगरिब के दरमियान फकीर पार्टी के लोग लियाकत वगैरह और उसके अजीज़ो कारब वहाँ पर इसने अपने भतीजे वगैरह सब जो 7 गाँव में खरक वहाँ से मंगवाए थे। ये लोग हमलावर हुए हैं राजपूत बरादरी की तरफ। आमने सामने इन लोगों के घर हैं, तकरीबन 200 फुट का फासला होगा उन दोनों घरों के दरमियान। ये फायरिंग करते हुए जो राजपूत बरादरी के घर हैं उस तरफ आए हैं। वहाँ पर शदीद फायरिंग थी और मौके पे जो है ना बच्ची अदन फातिमा भी उस फायरिंग की जद में आ गई। 4 साल उसकी उम्र है। बेसिकली वो सांके की रहने वाली नहीं है। तो यहाँ पर उसका ननियाली गाँव है, तो वो समड़ियाल रहती है, तो उस दौरान वो ये गर्मियों की छुट्टियों की वजह से अपने ननियाली गाँव आई थी।
मीनवाइल जो हमें इत्तला मिली है तकरीबन 6 बजे के करीब, तो मैं भी SHO हडियारा भी, चौकी इंचार्ज DSP साहब, SP साहब, तमाम अफसरान मौके पे पहुंचे हैं। वहाँ पे जो डेड बॉडी थी उसे रिकवर किया, उसे पोस्टमार्टम के लिए भिजवाया। मौके से जो एविडेंसेस थे, खून आलूद मिट्टी, जो एम्प्टीज होल थे, जो गोलियाँ चली थी, उन लोगों को जो SOPs हैं हमारी, उसके तहत हमने कब्जे में लिया है, फोरेंसिक के लिए फिर उन्हें भिजवाया है। और फिर मुद्दई मुकदमा ने उसी रोज़ ही दरखास्त दी। शौकत अली, उस बच्ची मकतूला जो है अदन फातिमा मासूम बच्ची, उसका जो नाना शौकत अली, वो इसके मुद्दई बने। और मुद्दई मुकदमा की दरखास्त के ऊपर हमने मुलजमान को ट्रेस करना शुरू किया, क्योंकि वो फायरिंग करते हुए वहाँ से फरार हो गए थे। तो 27 तारीख को हमने उन्हें मोबाइल फोरेंसिक और दूसरी चीज़ों की मदद से, कन्वेंशनल जो टूल्स हैं हमारे, हमने 4 लोग, लियाकत वल्द नज़ीर जो मेन पार्टी है, उस घर का सरबराह है, उससे उसके 2 बेटे अल्लाह रखा और आसिफ, और उसका एक भतीजा है आमिर वल्द लतीफ़ जो गाँव खरक का रहने वाला है। उन लोगों को हमने अरेस्ट किया, उनका फिजिकल रिमांड लिया। अभी वो लोग हमारे पास रिमांड पे, और उनसे हम इंशाल्लाह ताला आला कत्ल की बरामदगी जो है वो बकाया। अच्छा अदनान साहब, तमाम तहकीकात भी की हैं, अपने मुलजमान को भी गिरफ्तार कर लिया, आखिर वजूहात क्या है इस लड़ाई झगड़े की? इनकी कोई पुरानी दुश्मनी या ऐसी कोई वजह तो नहीं है कि कोई गैरत का तनाज़ा या कोई ज़मीन जायदाद का तनाज़ा या कब्जे का मामला या प्रॉपर्टी, ऐसा कोई भी नहीं है। ये असल में दोनों ग्रुपों की जो 4-5 दिन से चपकलेशन के बच्चों के दरमियान चल रही थी, वो इस जो है ना बड़े वाक़े का एक सबब बनी है। ऐसा इन लोगों की पुरानी को खानदानी दुश्मनी जैसा कोई मामला नहीं है। अच्छा, मुलजमान के साथ जो दीगर साथी थे वो कौन लोग हैं? वो भी कोई क्रिमिनल्स बताए जा रहे हैं? क्रिमिनल उनमें से जो 2 लोग इन्होंने नामजद किए हैं, उसको इन्होंने एयानत जुर्म में रखा है। वो 2 सके भाई हैं, जावेद और रफीक, जावेद उर्फ लब्बा और रफीक उर्फ मंगा। वो लोग अभी जो है बुरी जमानत में हैं। मजीद इस मुकदमे में 3 लोग जो हैं वो मुद्दई पार्टी ने नामालूम लिखवाए थे, चूंकि वो हमसाया गाँव से थे, तो चंद दिनों बाद उन्होंने उसका तो जो है ना वो ततीमा बयान में उन लोगों को भी नामजद कर दिया। 5 लोग इस टाइम जो है बुरी जमानतों पर हैं। इंशाल्लाह वाला तफ्तीश कर रहे हैं, मेरिट के ऊपर जो भी फैसला इसका करते हैं, और उसके बाद उनकी बेल्स जो है वो डिसाइड करवाएंगे, और इन लोगों के साथ जितनी बड़ा जुल्म हुआ कोशिश करेंगे कि इनको मैक्सिमम जो है ना फैसिलिटेट किया जा सके, इंसाफ मिल सके। आपने जैसे वो बताया कि एक जो मकतूल पार्टी की जानिब ये मुलजमान का घर बन रहा था, तो ये बरादरी वहाँ पर राजपूत बरादरी ज़्यादा है, अक्सरियत में है, तो फ़कीर बरादरी उधर घर बना रही थी, तो उस सिलसिले में तो नहीं कि वहाँ पे 5 से 6 घर हैं। बाकी मौदा खान का में बड़ी बरादरी जो है वो राजपूत और न्यू बरादरी, ये उस गांव के रहने वाले नहीं है, नेटिव्स नहीं है उस गांव के। ये साथ वाले गांव से आके जो लियाकत है, इसने अपना घर यहाँ पर बनाया हुआ है। इसकी जो ज़्यादा रिश्तेदारी और जो ज़्यादा लोग इसके साथ इन्वॉल्व हुए हैं वो साथ वाले गाँवों के हैं, खरक के, और जो साथ हमसाया गाँव है वहाँ के ये ज़्यादा लोग हैं। उसके अंदर इंशाल्लाह इन्वेस्टिगेशन चल रही हैं। जो लोग नामजद हुए हैं, जो जमानत पे हैं, उनका भी जो है ना डिसाइड करते हैं। अच्छा, इस मुकदमे में दफात कौन कौन सी शामिल की गई? ये मुकदमा बेसिकली तो 302 इसकी सबसे बड़ी ऑफेंस है, क्योंकि बच्ची वो कत्ल हुई है, नाहक कत्ल हुआ। उसके साथ 2 लोग जो है वो आनत जुर्म 109 में नामजद हैं। बाकी बलवे का जुर्म 148, 149 जो है वो 20 FIR का हिस्सा है। अच्छा, जिस तरह से FIR तरतीब दी जाती है, क्योंकि आप इंचार्ज इन्वेस्टिगेशन भी है और इस कत्ल केस की तफ्तीश भी खुद ही कर रहे हैं, तो ज़िम्नियाँ उस तरह से लिखी जा रही हैं, क्या इनको करार वाक़ई सज़ा मिल पाएगी? सजा और जजा जो है जी, ये तो अदालत का काम है। हमारे एफर्ट से जो है हमने अपनी जो ज़िम्नियाँ हैं पर SOPs, उसके अंदर जितने एविडेंसेस अवेलेबल थे, ख्वाह वो फ्रेंसिक के होंगे, ख्वाह वो रिकवरी के हवाले से होंगे, ख्वाह वो डिजिटल कोई ऐसा एविडेंस को वीडियो आ जाती है हमारे पास, उन तमाम को हम जो है ना रिकवरी मेमोज के जरिए कब्जा पुलिस में भी लेंगे और उसको प्रॉपरली फाइल का हिस्सा बनाएंगे और एक अच्छी पुलिस फाइल तैयार होगी। तो अब ये जो मुद्दई है शौकत, इसकी जानिब से तो जो है वो कहा जा रहा है कि उसे इंसाफ फराहम किया जाए। वैसे वो मुतमईन भी, उससे गुफ्तगू भी कुछ देर कबल, तो वो मुतमईन भी दिखाई दे रहा था। तो मज़ीद मुलजमान जो हैं वो कहते हैं जराइम पेश है और मज़ीद भी उन्हें ख़तरा हो सकता है, तो इस हवाले से कोई तहफ़्फ़ुज़ भी फराहम किया जाता है पुलिस की जानिब से? जब ये वाक़या हुआ था तो उसके बाद 3 दिन तक उस गाँव में जो है ना प्रॉपर पुलिस गार्ड आती रही है, ARF के जवान आते रहे हैं, लाइन से रिजर्व आती रही हैं, ताकि वहाँ पर सामने चूँकि घर है मज़ीद को ऐसा वाक़या ना हो सके। अभी भी वहाँ पर जो लोकल पुलिस है उसकी पेट्रोलिंग भी चल रही है रूटीन के साथ साथ, उसके अलावा वैसे भी ऑन एंड ऑफ वहाँ पर पुलिस चक्कर लगा रही है, और अभी तक अल्लाह का शुक्र है उसके बाद कोई ऐसा वाक़या रिपोर्ट नहीं हुआ। तो अगर मुलजमान के जहाँ तक बासर होने का ताल्लुक है तो जितने भी बासर हों कानून से इंशाल्लाह ताला नहीं बच सकते। बहुत शुक्रिया, आपने वक्त दिया अदनान साहब। नाजरीन, अब रुख करते हैं उन 4 बदमाशों की जानिब जिन्होंने ऐसे गोलियां बरसाई जो 4 साला अदन फातिमा के जिस्म में जा लगी और वो जिंदगी की बाजी हार गई। आखिर उन्होंने ये कारनामा सरअंजाम क्यों दिया, उन्हीं की जुबानी जान लेते हैं।
नाज़रीन, 4 साल बच्ची अदन फातिमा के कत्ल का मामला है जिसमें पुलिस ने 4 मुल्ज़मान को गिरफ्तार किया, जिसमें एक बाप, 2 बेटे और एक उसका भतीजा शामिल है। उन्हीं से जानते हैं कि असल में वजूहात क्या थी जिसमें इतनी फायरिंग की गई, जिसमें 4 साल मासूम बच्ची उस गोलियों की जद में आकर हलाक हुई। आखिर ये लड़ाई का आगाज़ कैसे हुआ, सबसे पहले रुख करते हैं लियाकत की जानिब, जो इस केस में मरकजी मुलजिम का किरदार अदा कर रहा है। लियाकत, की होया सी, की वजह हुई जड़ियां गोलियां तुसी सीधियां चलानियां शुरू करतीयां? आज तो 2 साल पहले ना मैं एक मकान लिया सी जनाब मुहल्ला, उस मकान नजायज़ कब्जा करना चाहते सन, ਉਹਦੇ ਤੇ उस बंदे को मैं मुੱਲ ले लिया। ਉਹਦੇ ਵਿੱਚ मैं 2 ਲੱਖ ਰੁਪਈਆ ਇਹਨਾਂ ਨੇ ਮੇਰੇ ਕੋਲੋਂ ਨਜਾਇਜ਼ ਪਹਿਲੇ ਵੀ ਪਰੇ ਨੇ ਇਹਨਾਂ ਪਾਇਆ। कौन लेना चाहते सी? ਇਹ ਜਿਹੜੇ ਮਦਈ ਨੇ, की नाम है ਆ ਇਹਨਾਂ ਨੇ 2 ਲੱਖ ਪਹਿਲੇ ਪਰੇ ਨੇ ਫੈਸਲਾ ਕਰਦੇ ਨਾ ਕੋਈ ਬਿਆਨਾ ਸ਼ਿਆਨਾ ਨਹੀਂ ਦਿੱਤਾ। ਮੈਂ ਮੁੱਲ ਲੈ ਕੇ ਮੇਰੇ ਨਾਲ ਡਿਗਰੀ ਹੋ ਗਈ ਸੀ। अच्छा, ਉਹਦੀ ਵਜ੍ਹਾ ਤੇ ਤੁਰੇ ਆਉਂਦੇ ਆ ਮੇਰੇ ਨਾਲ, ਇਹਨਾਂ ਨੇ ਉਹ ਹੀ ਨਹੀਂ ਖੌਰ ਛੱਡੀ। ਉਹਦੀ ਵਜ੍ਹਾ ਤੋਂ ਛੋੜੀਆਂ ਲੜਾਈਆਂ, ਪਹਿਲੇ ਵੀ 2 ਲੜਾਈਆਂ ਹੋਈਆਂ। ਇਹਨਾਂ ਨੇ ਸਾਡੇ ਘਰ ਰੋੜੇ ਰਾੜੇ ਮਾਰੇ ਹੋਰਾਂ ਪਰਾਂ। ਫਿਰ ਇਹ ਘਰ ਨਹੀਂ ਸੀ ਸਾਨੂੰ ਵੜਨ ਦਿੰਦੇ ਜਨਾਬ। ਸਾਡਾ ਜਿਹੜਾ ਮਾਲ ਸੀ ਉਹ ਇਹ ਜਿਹੜੇ ਚੌਕੀ ਵਾਲੇ ਇਹ ਜਾ ਕੇ ਕਢਾ ਕੇ ਲਿਆਏ ਨੇ ਮਨਿਆਲੇ ਵਾਲੇ। ਮਨਿਆਲੇ ਘਰੋਂ ਮਾਲ ਨਹੀਂ ਨਿਕਲਣ ਦਿੰਦੇ। ਜਿਹੜੀ ਪਹਿਲੇ ਸਵੇਰੇ ਲੜਾਈ ਹੋਈ ਹੈ की हुई सी लड़ाई, की हुई सी? ਉਹ ਇਹੋ ਹੀ ਡੰਡੇ ਸੋਟਿਆਂ ਨਾਲ ਹੋਈ ਸੀ ਲੜਾਈ। नहीं, की वजह की सी? ਵਜ੍ਹਾ ਇਹੋ ਹੀ ਤੁਰੀ ਆਉਂਦੀ ਹੈ ਸਰ, ਹੋਰ ਕੋਈ वजह की बनदी है? ਚੌਧਰਾਹਟ ਦਾ ਤਨਾਜ਼ਾ ਹੈ? ਨਹੀਂ। ਉਹ ਕਹਿੰਦੇ ਅਸੀਂ ਚੌਧਰੀ ਹਾਂ, ਤੁਸੀਂ ਕਹਿੰਦੇ ਤੁਸੀਂ ਚੌਧਰੀ। ਜਗ੍ਹਾ ਦਾ ਹੀ ਮੇਰੇ ਨਾਲ ਤੇ ਉਹਨਾਂ ਦਾ ਜਗ੍ਹਾ ਦਾ ਹੀ ਰੌਲਾ ਰਿਹਾ। ਜਗ੍ਹਾ ਉਹਨਾਂ ਦੀ ਸੀ, ਕਬਜ਼ਾ ਕੀਤਾ? ਨਹੀਂ ਨਹੀਂ, ਹਾਂ। ਜਗ੍ਹਾ ਜਨਾਬ ਮੈਂ ਮੁੱਲ ਲਈ ਸੀ ਸ਼ਾਹ ਕੋਲੋਂ। ਠੀਕ ਹੈ, ਸ਼ਾਹ ਦੀ ਜਗ੍ਹਾ ਸੀ। ਤੇ ਇਹ 2 ਕਬਜ਼ਾ ਲੱਖ ਕਰਨ- ਕਿਸ ਸ਼ਾਇਦ ਦਾ ਦਿੱਤਾ ਤੂੰ? 2 ਲੱਖ ਇਹਨਾਂ ਨੇ ਆਖਿਆ ਜੀ ਅਸੀਂ ਵੀ ਦਿੱਤੇ ਪੈਸੇ, ਇਹਨਾਂ ਕੋਲ ਕੋਈ ਸ਼ੈ ਨਹੀਂ ਨਿਕਲੀ ਬਿਆਨਾ ਬਿਉਨੇ ਵਾਲੀ। ਉਹ 2 ਲੱਖ ਪਰੇ ਨੇ ਆਖਿਆ ਵੀ ਚੱਲ, ਮੈਂ ਡਰਦੇ ਨੇ ਪਰ ਦੇਤਾ। ਮੈਂ ਕਿਹਾ ਚਲੋ ਯਾਰ ਲੜਾਈ ਖਤਮ ਹੋ ਜਾਏ। ਲੋਕਾਂ ਵੀ ਆਖਿਆ ਯਾਰ ਦੇ ਦੇ ਦਫਾ ਕਰ। ਠੀਕ ਹੈ, ਹਾਂਜੀ। ਫਿਰ? ਤੇ ਉਸ ਤੋਂ ਬਾਅਦ ਇਹਨਾਂ ਨੇ ਉਹੋ ਹੀ ਨਹੀਂ ਖੌਰ ਛੱਡੀ ਵੀ ਮਕਾਨ ਇਹਨੇ ਕਿਉਂ ਲਿਆ ਸੀ, ਨਜਾਇਜ਼ ਕਬਜ਼ਾ ਉਹਦੇ ਤੇ ਕਰਨਾ ਸੀ। ਸ਼ਾਹ ਜੇ ਵੀ ਜਿਉਂਦਾ ਜਾਗਦਾ, ਉਹਦਾ ਫੋਨ ਨੰਬਰ ਲੈ ਕੇ ਤੁਸੀਂ ਫੋਨ ਕਰ ਸਕਦੇ। ਅੱਛਾ, ਫਿਰ ਤੁਸੀਂ ਇਸ ਰੰਜ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਤੇ 4 ਸਾਲ ਬੱਚੀ ਨੂੰ ਕਤਲ ਕਰਤੀ। ਜਨਾਬ ਕਿਹਦੇ ਘਰ ਨਹੀਂ ਵੜਨਾ? ਆਪਣੇ ਸਾਡੇ ਘਰ ਨਹੀਂ ਸੀ ਜਾਣ। ਕੀ ਕਹਿੰਦੇ ਸੀ ਘਰ ਵਾਲੇ? ਨਹੀਂ, ਉਹਨਾਂ ਨੇ ਉੱਥੇ ਥੜਾ ਮਾਰ ਕੇ ਬੈਠੇ ਸਨ, ਨਾਕਾ ਲਾਇਆ ਸੀ। ਅਸੀਂ ਆਏ ਹਾਂ ਘਰ ਜਿਸ ਵੇਲੇ ਤੇ ਉਹ ਫਾਇਰਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ ਸਾਡੇ ਤੇ। ਅੱਛਾ, ਫਿਰ ਕੀ ਕੀਤਾ ਤੁਸੀਂ? ਹਾਂ, ਤੁਸੀਂ ਫਿਰ ਇਹ ਵੀ ਫਾਇਰਿੰਗ ਕਰਦੇ ਰਹੇ ਮੁੰਡੇ ਤੇ ਉਹੀ ਕਰਦੇ ਰਹੇ। ਨਹੀਂ ਤੇ ਤੁਸੀਂ ਅਗਰ ਆਪਣੇ ਘਰ ਆਏ ਸੀ ਤੇ ਬੰਦੂਕਾਂ ਲੈ ਕੇ ਆਏ ਸੀ ਆਪਣੇ ਘਰ? ਬੰਦੂਕਾਂ ਲਿਆ ਕੇ ਆਈਦਾ ਆਪਣੇ ਘਰ? ਲੜਨ ਦੀ ਸੈਂਸ ਉਹ ਵੀ ਕੋਈ ਜਾਵੇ ਤੇ ਸਰ ਬੈਠੇ ਸਨ। ਅੱਛਾ, ਹਾਂਜੀ। ਤੇ ਇਸ ਕਰਕੇ ਬੰਦੂਕਾਂ ਲੈ ਕੇ ਆਏ, ਫਿਰ ਗੋਲੀਆਂ ਚਲਾਈਆਂ ਤੁਸੀਂ? ਉਹਨਾਂ ਨੇ ਚਲਾਈਆਂ। ਉਹਨਾਂ ਕਿੰਨੀ ਦੇਰ ਚਲਾਈਆਂ? ਬਸ ਇਹ ਜਿੰਨੀ ਕਿ ਵੀਡੀਓ ਇੰਨੀ ਕਿ ਚੱਲੀਆਂ ਨੇ। ਤੇ ਅਸੀਂ ਆਪਣਾ ਉਹਨਾਂ ਪਹਿਲੇ ਸਾਡੇ ਤੇ ਫਾਇਰਿੰਗ ਕੀਤੀ, ਅਸੀਂ ਭੱਜ ਕੇ ਘਰ ਵੜ ਗਏ। ਅੱਛਾ, ਹਾਂ। ਫਿਰ 4 ਸਾਲ ਦੀ ਬੱਚੀ ਉਹਦੀ ਨਮਾਸੀ ਜਿਹੜੀ ਹੈ ਸ਼ੌਕਤ ਦੀ, ਉਹ ਫੌਤ ਹੋ ਗਈ। ਅੱਜ ਇਹ ਹੁਣ ਖੁਦਾ ਬਿਹਤਰ ਜਾਣਦਾ। ਅਸੀਂ ਨਹੀਂ ਫੌਤ ਹੋਈ? ਨਹੀਂ ਹੋਈ ਹੈ, ਫੌਤ ਤੇ ਹੋਈ ਹੈ ਜਨਾਬ। ਹਾਂ, ਫੌਤ ਹੋਈ। ਹੋਈ। ਹਾਂਜੀ। ਤੇ ਉਹ ਕੋਈ ਸ਼ਰਮਿੰਦਗੀ, ਕੋਈ ਆਪਣੇ ਬੱਚੇ ਵੀ ਫਸਾ ਲਏ, ਆਪ ਵੀ ਫਸ ਗਏ, ਕਿਹੜੇ ਉਮਰੇ ਕੀ ਕੀਤਾ ਹੈ? ਇਹ ਤਰਬੀਅਤ ਕਰੀਦੀ ਬੱਚਿਆਂ ਨੂੰ। ਪਿਸਤੌਲਾਂ ਲੈ ਕੇ ਇੱਕ ਪਿਓ ਜਿਹੜਾ ਹੈ ਉਹ ਆਪਣੇ ਬੱਚਿਆਂ ਦੇ ਨਾਲ ਨਿਕਲਦਾ, ਬੰਦੂਕਾਂ ਲੈ ਕੇ ਨਿਕਲਦਾ ਪਿਓ। ਬੱਚਿਆਂ ਨੂੰ ਤੇ ਪਿਓ ਸਮਝਾਉਂਦਾ ਹੈ। ਨਹੀਂ ਸਮਝਾਉਂਦੇ ਰਹੇ, ਉਹ ਨਹੀਂ ਘਰ ਹੀ ਨਹੀਂ ਸੀ ਵੜਨ ਦਿੰਦੇ। ਨਹੀਂ, ਕੌਣ ਸੀ ਉਹ? ਖੌਫ ਦੀ ਅਲਾਮਤ ਹੈ? ਕੋਈ ਕਤਲ ਕੀਤੇ ਹੋਏ ਉਹਨਾਂ ਨੇ ਉਸ ਪਾਰਟੀ ਨੇ? ਕੋਈ ਉਹਦੀ ਡਾਟਾ ਵੀ ਦੱਸੋ ਨਾ। ਕੋਈ ਦੁਨੀਆ ਵੇਖ ਰਹੀ ਹੈ, ਤੁਹਾਨੂੰ ਪ੍ਰੋਗਰਾਮ ਵੇਖ ਰਹੇ ਲੋਕ, ਪਤਾ ਲੱਗੇ ਕਿ ਤੁਸੀਂ ਜ਼ਾਲਮ ਨਹੀਂ ਹੋ ਬਲਕਿ ਮਜ਼ਲੂਮ ਹੋ। ਉਹ ਕਾਤਲ ਪਾਰਟੀ ਹੈ, ਉਹਨਾਂ ਦੇ ਕੋਈ ਜੁਵਾ ਕਰਾਉਂਦੇ ਆ ਕੀ? ਉਹਨਾਂ ਦੀ ਕੋਈ ਦੱਸੋ, ਚੀਜ਼ਾਂ ਸਾਰੀਆਂ ਦੱਸੋ। ਨਜਾਇਜ਼ ਉਹਨਾਂ ਨੇ ਉਹ ਕਬਜ਼ਾ ਕਰਨਾ ਉਹਦੇ ਤੇ ਚਾਹੁੰਦੇ ਸਨ। ਅਜਾ ਕਬਜ਼ਾ ਗਰੁੱਪ ਹੈ ਉਹ, ਇਹ ਡਿਆਰੇ ਦਾ ਕਬਜ਼ਾ ਗਰੁੱਪ। ਕਿੰਨੇ ਪਰਚੇ ਉਹਨਾਂ ਦੇ ਡਿਆਰੇ ਦੇ ਵਿੱਚ ਕਬਜ਼ਿਆਂ ਦੇ? ਮੇਰੇ ਮਕਾਨ ਤੇ ਜਨਾਬ ਉਹਨਾਂ ਨੇ ਉਹ ਜਿਹੜਾ ਸ਼ਾਹ ਸਿਰਫ ਤੁਹਾਡੇ ਨਾਲ ਹੀ ਜ਼ੁਲਮ ਕਰ ਰਹੇ ਸੀ, ਹੋਰ ਕਦੀ ਕਿਸੇ ਨਾਲ ਨਹੀਂ ਕੀਤਾ? ਹਾਂ, ਗੱਲ ਨਹੀਂ ਸਮਝ ਆ ਰਹੀ ਨਾ। ਪ੍ਰੂਫ ਕਰੀਦਾ ਹੈ ਕਿਸੇ ਸ਼ੈ ਨੂੰ। ਅਗਰ ਕਿਸੇ ਤੇ ਇਲਜ਼ਾਮ ਲਾ ਰਹੇ ਹੋ ਕਿ ਕਬਜ਼ਾ ਕਰਦੇ ਸੀ, ਕਬਜ਼ਿਆਂ ਦੇ ਪਰਚੇ ਹੋਣ ਤੇ ਹੈ ਨਹੀਂ, ਉਹ ਬਸ ਸਾਨੂੰ ਡਰਾਉਂਦੇ ਰਹੇ ਨੇ ਕਿ ਅਸੀਂ ਖੋਹ ਲੈਣਾ ਮਕਾਨ, ਇੰਜ ਕਰ ਲੈਣਾ ਸਾਡਾ, ਇੰਜ ਇਹੋ ਹੀ ਚੱਕਰ। ਅੱਛਾ, ਤੇਰਾ ਕੀ ਨਾਂ ਹੈ? ਐਸਫ। ਅੱਛਾ, ਬੇਟਾ ਹੈ ਤੂੰ? ਲਿਆ ਕਰ। ਕੀ ਹੋਇਆ ਕੀ ਸੀ? ਉਹ ਸਰ ਉਹਨਾਂ ਨੂੰ ਮੈਂ ਸਵੇਰ ਪਹਿਲਾਂ ਜਾ ਰਿਹਾ ਸੀ, ਉਹਨਾਂ ਨੇ ਮੈਨੂੰ ਕੁੱਟਿਆ। ਹਾਂ, ਤੇਰੀ ਵਜ੍ਹਾ ਤੋਂ ਲੜਾਈ ਸ਼ੁਰੂ ਹੋਈ ਸੀ। ਮੋਟਰਸਾਈਕਲ ਦੇ ਉੱਤੇ ਜਾ ਰਿਹਾ ਸੀ, ਉਹ ਕੀ ਵਕੂਆ ਹੈ? ਉਹ ਕੋਈ ਇੰਜ ਕਿ ਮੈਂ ਸਵੇਰ ਘਰੋਂ ਨਿਕਲਿਆ, ਮੈਂ ਨਾ ਨਾਈ ਕੋਲ ਚੱਲਾ ਖਾਦ ਖੁਦ ਕਰਾਉਣ ਵਾਸਤੇ। ਅੱਛਾ। ਮੈਂ ਅਗਲੇ ਦਿਨ ਕੰਮ ਤੇ ਜਾਣਾ ਹੈ। ਉਹ ਮੈਂ ਸਵੇਰ ਘਰੋਂ ਨਿਕਲਿਆ ਵਾਂ ਤੇ ਉਹ ਮੈਂ ਜਾ ਰਿਹਾ ਵਾਂ ਦੁਕਾਨ ਤੇ ਉਹ ਦੂਸਰੇ 2 ਮੁੰਡੇ ਜਾਂਦੇ, ਇਰਫਾਨ ਤੇ ਆਰਫ। ਉਹਨਾਂ ਦੋਵਾਂ ਨੇ, ਮੈਂ ਮੋਟਰਸਾਈਕਲ ਤੇ ਜਾ ਰਿਹਾ, ਮੇਰੇ ਤੋਂ ਥੋੜੇ ਜਿਹੇ ਅੱਗੇ ਹੀ। ਮੈਂ ਆਹਿਸਤਾ ਜਾ ਰਿਹਾ ਤੇ ਉਹ ਵੀ ਆਹਿਸਤਾ ਜਾ ਰਹੇ। ਮੈਂ ਥੋੜਾ ਜਿਹਾ ਅੱਗੇ ਨਿਕਲਣਾ ਚਾਹਿਆ, ਉਹਨਾਂ ਮੇਰੇ ਨਾਲ ਮੋਟਰਸਾਈਕਲ ਲਾਉਂਦੇ ਰਹੇ। ਮੈਂ ਉਸ ਤੋਂ ਨਾ ਪਿੱਛੇ ਮੋਟਰਸਾਈਕਲ ਖਿਲਾਰ ਲਈ। ਇਹ ਥੋੜੇ ਜਿਹੇ ਅੱਗੇ ਜਾ ਕੇ ਨਾ ਮੋਟਰਸਾਈਕਲ ਖਿਲਾਰ ਕੇ ਤੇ ਇਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਿਉਂ?
ਕਿ ਉਹੀ ਦੱਸਿਆ ਨਹੀਂ ਵਾਲਾ ਸਾਹਿਬ ਨੇ ਪਹਿਲਾਂ ਵੀ ਕਿ ਉਹਨਾਂ ਪਹਿਲਾਂ ਹੀ ਖਾਰ ਰੱਖਦੇ ਸੀ ਸਾਡੇ ਤੇ ਕਿ ਮਕਾਨ ਜਗ੍ਹਾ ਦੀ ਵਜ੍ਹਾ ਤੋਂ ਕਿ ਜਗ੍ਹਾ ਤੇ ਹੀ ਗਰੁੱਪ ਕਬਜ਼ਾ ਕਰਨਾ ਸੀ ਤੇ ਤਾਂ ਕਰਕੇ ਉਸ ਵਜ੍ਹਾ ਤੋਂ ਤੇ ਫਿਰ ਉਹਨਾਂ ਨੇ ਪਹਿਲਾਂ ਮੈਨੂੰ ਕੁੱਟਿਆ, ਮੈਂ ਘਰ ਆ ਉਹ ਗਿਆ। ਕਿੰਨੀ ਜਗ੍ਹਾ ਸੀ ਜਿਹਦੇ ਤੇ ਕਬਜ਼ਾ ਉਹਨਾਂ ਨੇ 9 ਮਰਲੇ 9 ਮਰਲੇ ਤੇ ਕਬਜ਼ਾ ਕਰਨਾ ਹਾਂਜੀ ਮਕਾਨ ਬਣਿਆ। ਹਾਂ। ਕਿੰਨੇ ਦਾ ਹੋਏਗਾ? ਉਹ ਸਰ ਅਸੀਂ ਲਿਆ ਸੀ 12 ਲੱਖ ਦਾ। 12 ਲੱਖ ਦਾ। ਜੀ। ਹੁਣ ਕਿੰਨੇ ਦਾ? ਹੁਣ ਸਰ ਪਤਾ ਲੱਗੇ ਉਹ ਕਦੀ ਮੁੱਲ ਨਹੀਂ ਲਵਾਇਆ ਸਰ। ਅੱਛਾ, ਰਹਿੰਦੇ ਉੱਥੇ ਤੁਸੀਂ? ਹਾਂਜੀ ਉੱਥੇ ਹੀ ਰਹਿ ਰਹੇ ਹਾਂ। ਅੱਛਾ। 2 2 ਮਕਾਨ ਨੇ ਹੀ ਘਰ ਚ ਰਹਿੰਦੇ, 2 ਦੂਸਰਾ ਪਹਿਲਾਂ ਕਿਰਾਏ ਤੇ ਦਿੱਤਾ ਸੀ। ਹਾਂਜੀ ਤੇ ਉਸ ਤੋਂ ਬਾਅਦ ਮੈਂ ਆਪਣੇ ਘਰ ਆਇਆ ਤੇ ਘਰ ਆਉਂਦੇ ਸਾਰੇ ਇਹ ਉਧਰੋਂ ਇਰਫਾਨ ਤੇ ਸਾਰੇ ਡੰਡੇ ਸੋਟੇ ਲੈ ਕੇ ਇਹਨਾਂ ਦਾ ਪੂਰਾ ਖਾਨਦਾਨ ਸਾਡੇ ਘਰ ਆਏ ਨੇ। ਇਹਨਾਂ ਨੇ ਮੈਨੂੰ ਮਾਰਿਆ ਵੀ ਹੈ, ਮੇਰਾ ਸਿਰ ਵੀ ਪਾਟਾ ਹੈ। ਇਹਨਾਂ ਨੇ ਸਿਰ ਸੂ ਸਾਡੇ ਪਾੜੇ ਨੇ ਤੇ ਫਿਰ ਅਸੀਂ ਵੀ ਡੰਡੇ ਸੋਟੇ ਜ਼ਾਹਰ ਗੱਲ ਹੈ, ਬੰਦਾ ਬਚਣ ਵਾਸਤੇ ਕੁਛ ਨਾ ਕੁਛ ਕਰ। ਠੀਕ ਹੈ। ਤੇ ਉਹ ਫਿਰ ਅਸੀਂ ਵੀ ਡੰਡੇ ਸੋਟੇ ਲੈ ਕੇ ਬਾਹਰ ਆਏ ਤੇ ਡੰਡੇ ਸੋਟੇ ਲੈ ਕੇ ਆਏ ਤੇ ਗੋਲੀਆਂ ਕੌਣ ਚਲਾ ਰਿਹਾ ਹੈ? ਗੋਲੀਆਂ ਬੰਦੂਕਾਂ ਕਿੰਨੇ ਫੜੀਆਂ? ਸ਼ਾਮ ਦਾ ਕੋਈ ਹੈ ਜੀ ਗੋਲੀਆਂ। ਹਾਂ, ਉਹ ਬਕੂਏ ਤੇ ਆਓ ਨਾ ਹੁਣ। ਸਵੇਰ ਡੰਡੇ ਸੋਟੇ ਮਾਰ ਲਏ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ? ਉਹ ਰਾਤ ਨੂੰ ਅਸੀਂ ਸ਼ਾਮ ਨੂੰ ਘਰ ਜਾਣਾ ਸੀ, ਅਸੀਂ ਇਹਨਾਂ ਕੋਲ ਗਏ, ਇਹਨਾਂ ਨਾਲ ਅਸੀਂ ਲੈ ਕੇ ਫਿਰ ਅਸੀਂ ਘਰ ਜਾਣਾ ਸੀ। ਉਹ ਅੱਗੇ ਥੜਾ ਮਾਰ ਕੇ ਬੈਠੇ ਸੀ। ਥੜਾ ਮਾਰ ਕੇ? ਹਾਂਜੀ, ਕਿੱਕਰ ਥੱਲੇ ਆਪਣੀ ਥੱਲੇ ਬੈਠੇ ਸੀ। ਉਹ ਬੰਦੂਕਾਂ ਸ਼ਤੂਕਾਂ ਲੈ ਕੇ ਬੈਠੇ ਸੀ। ਅੱਛਾ। ਹਥਿਆਰ ਤੋਂ ਸਾਰੇ ਲੈ ਕੇ ਬੈਠੇ ਸੀ। ਆਪਣੇ ਘਰ ਵਾਸਤੇ ਗਏ ਹਾਂ ਕਿ ਅਸੀਂ ਘਰ ਜਾਣਾ। ਕਿੰਨੇ ਬੰਦੇ ਗਏ? ਬੱਚੀਆਂ ਘਰ ਕੱਲੀਆਂ ਸੀ। ਕਿੰਨੇ ਬੰਦੇ ਗਏ ਘਰ ਤੁਸੀਂ? ਅਸੀਂ ਘਰ ਗਏ ਹਾਂ, ਇਹ ਨਾਲ ਹੀ ਸਾਡੇ 15-16 ਜਣੇ ਹੈ। 15-16 ਜਣੇ? ਰੋਜ਼ 15-16 ਜਣੇ ਘਰ ਜਾਂਦੇ ਹੋ? ਨਹੀਂ ਅਸੀਂ 4 ਪਿਓ ਅਸੀਂ ਪਹਿਲਾਂ ਕੰਮ ਤੋਂ ਜਿਵੇਂ ਜਿਵੇਂ ਆਉਂਦਾ ਉਵੇਂ ਘਰ ਜਾਂਦਾ। ਹਾਂ, ਤੇ 15-16 ਜਣੇ ਦੇ ਵਿੱਚ ਕੌਣ ਕੌਣ ਸੀ ਤੁਹਾਡੇ ਸਾਥੀ ਸੀ ਜਿਹਨਾਂ ਨੂੰ ਪਲੈਨਿੰਗ ਦੇ ਨਾਲ ਲੈ ਕੇ ਜਾ ਰਹੇ ਸੀ ਲੜਨ ਵਾਸਤੇ? ਲੜਨ ਵਾਸਤੇ ਅਸੀਂ ਤਾਂ ਗਏ ਹੀ ਨਹੀਂ ਸਰ, ਅਸੀਂ ਤਾਂ ਆਪਣੇ ਘਰ ਵੜਨ ਵਾਸਤੇ। ਫਿਰ ਝੂਠ ਬੋਲ ਰਹੇ ਆ, ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਮੂਵੀ ਹੈਗੀ ਹੈ ਤੁਹਾਡੀ, ਗੋਲੀਆਂ ਚਲਾਉਂਦੇ ਹੋਏ ਸਾਰੀ ਦੁਨੀਆ ਨੇ ਵੇਖੀ। ਲੜਾਈ ਉਹਨਾਂ ਨੇ ਪਹਿਲਾਂ ਸ਼ੁਰੂ ਕੀਤੀ, ਅਸੀਂ ਨਹੀਂ ਕੀਤੀ। ਅੱਛਾ। ਹਾਂਜੀ। ਅੱਛਾ, ਤੁਸੀਂ ਘਰ ਗਏ, ਕਿੱਕਰ ਥੱਲੇ ਉਹਨਾਂ ਨੇ ਉਹ ਬੈਠੇ ਸੀ, ਗੋਲੀ ਸ਼ੁਰੂ ਥੜਾ ਮਾਰ ਕੇ ਕੀ ਉਹ ਕਾਤਲ ਹੈ? ਕਤਲ ਦੇ ਮੁਕੱਦਮਾ ਤਾਂ ਹੈ ਉਹਨਾਂ ਤੇ, ਉੱਥੇ ਬੈਠੇ ਥੜੇ ਤੇ ਕਾਤਲ ਮਾਰਦੇ, ਉਜਰਤੀ ਕਾਤਲ ਹੈਗੇ। ਸਰ ਅੱਛਾ ਠੀਕ ਹੈ, ਥੜਾ ਮਾਰ ਕੇ ਬੈਠੇ ਸੀ, ਫਿਰ ਉਹਨਾਂ ਨੇ ਤੁਹਾਨੂੰ ਗੋਲੀ ਮਾਰਤੀ? ਅਸੀਂ ਘਰ ਜਾਣੇ ਉਹਨਾਂ ਨੇ ਫਾਇਰਿੰਗ ਸ਼ੁਰੂ ਕਰਤੀ, ਅਸੀਂ ਭੱਜ ਕੇ ਘਰ ਚਲੇ ਗਏ। ਅੱਛਾ। ਹਾਂਜੀ, ਉਹ ਫਿਰ ਪਹਿਲਾਂ ਫਾਇਰਿੰਗ ਕਰਦਾ ਰਿਹਾ, ਅਸੀਂ ਵੀ ਕਰਦੇ ਰਹੇ, ਮੇਰੇ ਕੋਲ ਕੁਛ ਨਹੀਂ। 2 ਫਾਇਰ ਮੈਂ ਹਵਾਈ ਕੀਤੇ, ਉਸ ਤੋਂ ਬਾਅਦ ਮੇਰਾ ਪਿਸਟਲ ਨਹੀਂ ਚੱਲਿਆ। ਇਹੀ ਬਸ ਫਿਰ ਇੰਨਾ ਕੁ। 15-16 ਬੰਦਿਆਂ ਦੇ ਵਿੱਚੋਂ ਕਿੰਨੀਆਂ ਕੋ ਪਿਸਤੌਲਾਂ ਸੀ ਤੁਹਾਡੇ ਕੋਲ? ਇਹੀ ਸਾਡੇ 3-4 ਹੋ ਗਏ। 3-4 ਕੋ। ਫਿਰ ਗੋਲੀਆਂ ਚਲਾਈਆਂ ਸਿੱਧੀਆਂ? ਨਹੀਂ, ਉਹ ਤਾਂ ਲੱਲੇ ਸਾਹਿਬ ਚਲਾਈਆਂ ਸੀ ਤੇ ਫਿਰ ਹਵਾਈ ਫਿਰ ਮੈਂ 2 ਹੀ ਕੀਤੇ ਨੇ ਬਸ। ਉਸ ਤੋਂ ਬਾਅਦ ਕੋਈ ਚੰਗਾ ਲੱਗ ਰਿਹਾ ਉਹਨਾਂ ਦੀ ਬੱਚੀ ਜਿਹੜੀ 4 ਸਾਲ ਦੀ ਬੱਚੀ ਬਹੁਤ ਹੋ ਗਈ? ਅਫਸੋਸ ਹੈ ਸਰ, ਅੱਛੇ ਕੇ ਨਾਲ ਅਫਸੋਸ ਅੱਲਾ ਮਾਫ ਕਰੇ, ਸਾਡੀ ਬੱਚੀ ਨਾਲ ਦੁਸ਼ਮਣੀ ਕੋਈ ਨਹੀਂ ਸੀ। ਤੇ ਦੁਸ਼ਮਣੀ ਕਿਹਦੇ ਨਾਲ ਸੀ? ਦੁਸ਼ਮਣੀ ਸਾਡੀ ਕਿਸੇ ਨਾਲ ਹੀ ਨਹੀਂ ਸਰ, ਉਹ ਬਸ ਨਜਾਇਜ਼ ਕਰਦੇ ਸੀ ਸਾਡੇ ਨਾਲ। ਕੈਸੀ ਫੀਲ ਆ ਰਹੀ ਹੈ? ਐਡਾ ਵੱਡਾ ਕੰਮ ਕੀਤਾ ਹੈ, ਇੰਨੇ ਵੱਡੇ ਤੁਸੀਂ ਬਦਮਾਸ਼ ਬਣ ਗਏ ਹੋ, 4 ਸਾਲ ਦੀ ਬੱਚੀ ਕਤਲ ਕਰਤੀ, ਹੁਣ ਅੱਛਾ ਲੱਗ ਰਿਹਾ? ਨਹੀਂ ਸਰ, ਅੱਛਾ ਨਹੀਂ ਹੈ। ਕੋਈ ਇੱਥੇ ਡਿਆਰੇ ਚ ਨਾਮ ਵੱਜੇਗਾ ਜੀ 4 ਸਾਲ ਦੀ ਬੱਚੀ ਮਾਰੀ ਇਹਨਾਂ ਨੇ, ਹੈ ਨਾਲ ਪੁੱਤਰ ਵੀ ਹੈਗੇ ਆ, ਪਿਓ ਵੀ ਹੈ, ਨਾਲ ਕਜ਼ਨ ਵੀ ਹੈ ਤੁਹਾਡਾ। ਇਹ ਤੇ ਵੱਡੀ ਬੰਦੂਕ ਚਲਾਉਂਦਾ ਨਾ। ਕਿਹੜੀ ਬੰਦੂਕ ਲੈ ਕੇ ਆਇਆ ਸੀ ਲੜਾਈ 'ਚ? ਕੀ ਨਾਂ ਹੈ ਤੇਰਾ? ਮੇਰਾ ਨਾਮ ਅਮਰ ਹੈ। ਆਮਰ। ਕਿਹੜੀ ਬੰਦੂਕ ਲਿਆ ਸੀ? 223। ਅੱਛਾ, ਕੀ ਜੰਗ ਲੱਗ ਗਈ ਸੀ ਇੰਡੀਆ ਦੇ ਨਾਲ? ਬਾਰਡਰ ਕੋਲ ਹੀ ਹੈ ਨਾ? ਪਹਿਲੇ ਵੀ 302 ਹੈ ਸਰ, ਮੇਰਾ ਤਾਏ ਦਾ ਬੇਟਾ ਕਤਲ ਹੋਇਆ। ਇਹਨਾਂ ਨੇ ਮਾਰਿਆ ਸੀ ਜਿਹਨਾਂ ਦੀ ਬੱਚੀ ਮਾਰਤੀ? ਹਾਂ। ਅਸੀਂ ਸਰ ਵੈਸੇ ਵੀ ਆਪਣੇ ਨਾਮ ਰੱਖਦੇ ਹਾਂ, ਬੰਦਾ ਇਸ਼ਤਿਹਾਰੀ ਹੈ। ਅੱਛਾ। ਹਾਂਜੀ। ਉਹ ਜਿਹੜਾ ਕਾਤਲ ਹੈ? ਹਾਂਜੀ। ਅੱਛਾ, 223 ਰੱਖਦੇ ਹੋ ਤੁਸੀਂ? ਠੀਕ ਹੈ, ਰੱਖਦੇ ਹੋ। ਸਾਡੀ ਮਜਬੂਰੀ ਸਰ, ਅਸੀਂ ਪੈਲੀਆਂ 'ਚ ਆਪਣੀਆਂ ਆਉਣਾ, ਬੰਦਾ ਮਖਰੂਰ ਹੈ ਤੇ ਸਾਡੀ ਮਜਬੂਰੀ ਅਸਲਾ ਰੱਖਣਾ। ਹਾਂ, ਦੁਸ਼ਮਣਦਾਰ ਹੈਗੇ ਹੋ, ਇਸ ਕਰਕੇ ਅਸਲਾ ਰੱਖਿਆ ਸੀ। ਤੇ ਉਹ ਅਸਲਾ ਕਿਸੇ ਤੇ ਵੀ ਚਲਾ ਦਿੰਦੇ ਹੋ, ਬੱਚੀ ਮਾਰ ਦਿੰਦੇ ਹੋ 4 ਸਾਲ ਦੀ। ਹਾਂ। ਗੋਲੀ ਨਹੀਂ ਚਲਾਈ ਉੱਥੇ? ਮੈਂ ਨਹੀਂ ਚਲਾਈ। ਤੇ ਉਹ ਫੁਟੇਜ ਦੇ ਵਿੱਚ ਕੀ ਹੈ? ਗੋਲੀਆਂ ਕੌਣ ਚਲਾ ਰਿਹਾ ਹੈ? ਲੱਲੇ ਨੇ ਚਲਾਇਆ। ਲੱਲਾ ਕੌਣ ਹੈ? ਉਹ ਵੀ ਕਜ਼ਨ ਹੀ। ਉਹਨੇ ਵੀ ਬੁਲਾਇਆ ਸੀ? ਇਹਨਾਂ ਨੇ ਕੀ ਕਿਹਾ ਸੀ ਉਹ ਦੱਸ? ਲੜਾਈ ਕਰਨ ਵਾਸਤੇ ਬੁਲਾਇਆ ਕਹਿੰਦੇ? ਨਹੀਂ, ਲੜਾਈ ਕਰਨ ਵਾਸਤੇ ਨਹੀਂ ਨਾ, ਸਾਨੂੰ ਇਹ ਆਖਿਆ ਵੀ ਸਾਨੂੰ ਘਰ ਛੱਡ ਦਿਓ ਯਾਰ। ਅੱਛਾ, ਘਰ ਛੱਡਿਓ? ਰੋਜ਼ ਛੱਡਣ ਆਉਂਦੇ ਹੋ ਘਰ? ਨਹੀਂ, ਉਦੋਂ ਨਹੀਂ ਛੱਡਣ ਆਏ ਹੋ, ਤੇ ਲੜਾਈ ਸੀ ਤੇ ਛੱਡਣ ਆਏ ਹੋ ਨਾ। ਉਹ ਕੀ ਗੱਲ ਹੋਈ ਉਹ ਸਾਰੀ ਗੱਲ ਦੱਸੋ। ਹੁਣ ਤੇ ਫੜੇ ਗਏ ਹੋ ਤੁਸੀਂ, ਸਾਰਾ ਪਤਾ ਲੱਗ ਗਿਆ। ਕੀ ਗੱਲ ਹੋਈ? ਇਹੋ ਗੱਲ ਕਿਹੜੀ? ਉਹ ਦੱਸੋ ਨਾ, ਕਿਹੜੀ ਗੱਲ ਹੋਈ? ਜਿਹੜੀ ਦੱਸ ਦਿੱਤੀ, ਲੜਾਈ ਹੋਈ, ਬਸ ਫਾਇਰਿੰਗ ਹੋਈ, 2 ਤਰਫਾ ਫਾਇਰਿੰਗ ਹੋਈ। ਫਿਰ ਕੀ ਕੀਤਾ ਉਸ ਤੋਂ ਬਾਅਦ? ਫਿਰ ਗੋਲੀਆਂ ਚਲਾਉਣ ਤੋਂ ਬਾਅਦ ਪੁਲਿਸ ਆ ਗਈ, ਸਾਨੂੰ ਉਹਨਾਂ ਅੰਦਰੋਂ ਫੜਿਆ, ਗ੍ਰਿਫਤਾਰ ਕੀਤਾ ਉੱਥੋਂ। ਅੱਛਾ। ਹਾਂਜੀ। ਮੌਕੇ ਤੇ ਹੀ ਫੜੇ ਗਏ? ਹਾਂਜੀ। ਤੇ ਗੋਲੀ ਨਹੀਂ ਚਲਾਈ? ਨਹੀਂ, ਮੈਂ ਨਹੀਂ ਚਲਾਈ। ਕਿੰਨੇ ਚਲਾਈ ਗੋਲੀ? ਇਹ ਸੀ ਤੇ ਲੱਲਾ ਸੀ। ਅੱਛਾ, ਇਹ 2 ਹੀ ਚਲਾਉਂਦੇ ਰਹੇ? ਬਾਕੀ ਬੇਗੁਨਾਹ? ਬਾਕੀ ਜਿਹੜੇ ਸਰ, ਬਾਕੀ ਜਿਹੜੇ 15 ਲੋਕ ਉਹ ਕਹਿ ਰਹੇ ਆ ਮੇਰੇ ਨਾਲ ਹੈਗੇ ਸੀ, ਤੁਹਾਡੇ ਨਾਲ ਸਾਰੇ? ਡੰਡੇ ਸੋਟੇ। ਹਾਂ, ਡੰਡੇ ਸੋਟੇ ਵੀ ਚਲਾਏ?
ਹੁਣ कैसा लग रहा दुश्मनदारी है? पहले ਤੁਹਾਡਾ ਕਜ਼ਨ ਕਤਲ ਹੋਇਆ ਹੈ ਤੇ ਹੁਣ 4 ਸਾਲ ਦੀ ਬੱਚੀ ਮਾਰ ਕੇ ਕੋਈ कैसा लग रहा है मुकदमे ਦੇ ਵਿੱਚ ਆ ਕੇ? ਹੈ ਬੁਰਾ ਲੱਗ ਰਿਹਾ ਤੇ ਅਗਰ ਕਿਸੇ ਹੋਰ ਤਰੀਕੇ ਨਾਲ ਨਹੀਂ ਹੱਲ ਹੋ ਸਕਦਾ ਸੀ ਕਿ ਲੜਨ ਨਹੀਂ ਜਾਣਾ ਸੀ ਸਾਰੇ ਨਹੀਂ ਸਰ ਅਸੀਂ ਕਜ਼ਨਾਂ ਨੇ ਮਿਲ ਕੇ ਲੜਨ ਨਹੀਂ ਗਏ। ਕੀ ਫਕੀਰ ਬਰਾਦਰੀ ਨਾਲ ਤਾਲੁਕ ਹੈ ਤੁਹਾਡਾ? ਜੱਟ ਬਰਾਦਰੀ। ਫਕੀਰ ਕੌਣ ਹੈ? ਅੱਛਾ ਤੁਸੀਂ ਹੋ। ਇਹ ਕਜ਼ਨ ਨਹੀਂ ਹੈ ਤੇਰਾ? ਕਜ਼ਨ ਹੈ। ਇਹਦਾ ਨਾਂ ਕੀ? ਅੱਲਾ ਰੱਖਾ। ਅੱਲਾ ਰੱਖਾ ਕੀ ਹੋਇਆ? ਤੇਰੇ ਭਰਾ ਦੀ ਲੜਾਈ ਹੋਈ, ਤੁਹਾਡੇ ਘਰ ਦੀ ਲੜਾਈ ਹੋਈ, ਕਿੰਜ ਹੋਈ? ਕੁਛ ਨੂੰ ਜੋ ਇਹਨਾਂ ਦੱਸਿਆ ਬਸ ਉਹੀ ਗੱਲ ਸੀ। ਮੇਰੇ ਕੋਲ ਤਾਂ ਡੰਡਾ ਟੁੰਡਾ ਸੀ ਬਸ। ਡੰਡਾ ਸੋਟਾ ਸੀ। ਹਾਂ ਫਿਰ ਚਲਾਏ ਡੰਡੇ ਸੋਟੇ ਖੂਬ? ਨਹੀਂ ਚਲਾਇਆ ਕਿਤੇ। ਹਾਂ ਪਹਿਲੇ ਕੀ ਹੋਇਆ ਸੀ? ਪਹਿਲੇ ਕਿ ਸਵੇਰ ਕੀ ਹੋਇਆ ਸੀ ਜਦੋਂ ਆਸਫ ਨਾਲ ਲੜਾਈ ਹੋਈ ਸੀ? ਉਹ ਬਸ ਉਹਨੂੰ ਮਾਰਿਆ ਮੋਰਿਆ ਸੀ ਉਹਨਾਂ ਨੇ ਸਿਰ ਸੁਰ ਲਾ ਕਿਹਨਾਂ ਨੇ ਮਾਰਿਆ? ਉਹਨਾਂ ਨੇ ਨਖਾਲ ਅੱਛਾ ਮਾਰਾ ਕੇ ਮੁਖਾਲਫ ਕੀ ਉਹਨਾਂ ਨੇ ਕੀਤਾ ਕੀ ਹੋਇਆ? ਮੁਖਾਲਫਤ ਵਧੀ ਕਿਸ ਵਜ੍ਹਾ ਤੋਂ ਹੈ? ਉਹ ਬਸ ਸਰ ਜਗ੍ਹਾ ਦੀ ਵਜ੍ਹਾ ਤੋਂ ਬਣੀ। ਤੁਸੀਂ ਚੌਧਰੀ ਉਹ ਕਹਿੰਦੇ ਅਸੀਂ ਚੌਧਰੀ ਹਾਂ, ਇਹ ਮਸਲਾ ਹੈ? ਨਹੀਂ ਮਸਲਾ ਹਾਂ ਕੀ ਮਸਲਾ ਹੈ? ਫਿਰ ਮਸਲਾ ਕੀ? ਬਸ ਆਹੀ ਲੜਾਈ ਲੜੂਈ ਚੱਕਰ ਰਹਿੰਦੇ ਸੀ ਜੱਟਾ। ਤੇ ਕੀ ਚਲਾਉਂਦਾ ਰਿਹਾ ਤੂੰ ਫਿਰ ਉੱਥੇ? ਮੇਰੇ ਕੋਲ ਸਰ ਡੰਡਾ ਸੀ ਉਹ ਵੀ ਕਿਸੇ ਨੂੰ ਨਹੀਂ ਮਾਰਿਆ ਬਸ ਜੀ ਪੜਿਆ। ਪੂਰਾ ਖੌਫ ਦਬਦਬਾ ਬਣਾਇਆ ਉਸ ਇਲਾਕੇ ਚ, ਡਿਆਰੇ ਚ ਨਾਮ ਹੋ ਗਿਆ ਤੇਰਾ। 4 ਸਾਲ ਦੀ ਬੱਚੀ ਮਾਰਤੀ ਹੈ, ਕੋਈ ਸ਼ਰਮਿੰਦਗੀ ਕੀ ਸਰ ਕਿਉਂ ਹੈ? ਅੱਛਾ ਤੇ ਮੁਖਾਲਫਾਂ ਨੇ ਪਹਿਲੇ ਕਿੰਨਾ ਨੁਕਸਾਨ ਪਹੁੰਚਾਇਆ ਸੀ ਉਹ ਵੀ ਦੱਸ ਦੇ, ਕਿਉਂਕਿ ਅੱਬੂ ਨੇ ਤੇ ਤੇਰੇ ਦੱਸਿਆ ਕਿ ਬੜਾ ਨੁਕਸਾਨ ਪਹੁੰਚਾਇਆ। ਕੀ ਕੀਤਾ ਉਹਨਾਂ ਨੇ? ਕਬਜ਼ਾ ਕਰਨਾ ਚਾਹੁੰਦੇ ਸੀ ਘਰ? ਹਾਂਜੀ ਹੈ ਕਹਿੰਜ ਘਰ ਚ ਵੜ ਗਏ? ਉਹ ਬਸ ਜਗ੍ਹਾ ਦਾ ਕਾਰ ਰੱਖਦੇ ਸੀ, ਮੁੱਲ ਲਈ ਸੀ, ਪੈਸੇ ਦਿੱਤੇ ਸੀ। ਅੱਛਾ ਤੇ 2 ਲੱਖ ਪੰਚਾਇਤ ਦੇ ਵਿੱਚ ਭਰਿਆ ਸੀ। ਇਸ ਜਗ੍ਹਾ ਤੋਂ ਇਸ ਗੱਲ ਤੋਂ ਖੋਰ ਰੱਖਦੇ ਰਹੇ ਨੇ ਸਭ ਕੁਛ। ਤੇ ਹੁਣ ਕੀ ਹੋਣਾ ਚਾਹੀਦਾ ਤੁਹਾਡੇ ਨਾਲ? ਹੈ ਕੀ ਸਜ਼ਾ ਮਿਲਣੀ ਚਾਹੀਦੀ ਤੁਹਾਨੂੰ? ਬਸ ਜੋ ਸਰ ਅੱਲਾ ਦਿੱਤਾ ਕੀ ਸਜ਼ਾ ਮਿਲਣੀ ਚਾਹੀਦੀ? ਬੱਚੀ ਮਰੀ ਹੈ 4 ਸਾਲ ਦੀ, ਕੀ ਸਜ਼ਾ ਹੋਣੀ ਚਾਹੀਦੀ ਹੈ? ਕੀ ਹੋਣੀ ਚਾਹੀਦੀ ਸਜ਼ਾ? ਤੁਸੀਂ ਤਾਂ ਪੁਰਾਣੇ ਦੁਸ਼ਮਣਦਾਰ। ਮਾਫੀ ਹੋਣੀ ਚਾਹੀਦੀ, ਮਾਫੀ ਹੋਣੀ ਚਾਹੀਦੀ। 4 ਸਾਲ ਦੀ ਬੱਚੀ ਕਤਲ ਹੋ ਜਾਵੇ ਹੈ ਕਿ ਸਜ਼ਾ ਮਿਲਣੀ ਚਾਹੀਦੀ? ਸਰ ਜੋ ਸਾਹਿਬ ਮੈਰਿਟ ਤੇ ਫੈਸਲਾ ਕਰਨਗੇ ਉਹ ਸਰ ਸਾਹਿਬ ਤੇ ਮੈਰਿਟ ਤੇ ਫੈਸਲਾ, ਕਾਤਲ ਨੂੰ ਤੇ ਫਾਂਸੀ ਹੁੰਦੀ ਹੈ। ਕੋਈ ਗੱਲ ਨਹੀਂ ਸਰ ਫਾਂਸੀ ਵੀ ਹੋ ਜਾਵੇ। ਕਰਾਂਗੇ। ਸਾਹਿਬ ਨੇ ਥੋੜੀ ਉਹਨਾਂ ਦਾ ਫੈਸਲਾ ਕਰਨਾ, ਅਦਾਲਤ ਨੇ ਸਜ਼ਾ ਦੇਣੀ ਤੁਹਾਨੂੰ। ਕੀ ਹੋਣੀ ਚਾਹੀਦੀ ਸਜ਼ਾ? ਜਿਹੋ ਜਿਹਾ ਕੰਮ ਕੀਤਾ, ਚੰਗਾ ਕੰਮ ਕੀਤਾ ਨਹੀਂ ਸਰ ਜੀ ਹੈ, ਬਹਾਦਰ ਬਣ ਗਏ ਉੱਥੇ, ਪੂਰੇ ਇਲਾਕੇ ਚ ਨਾਮ ਹੋ ਗਿਆ। ਨਹੀਂ ਸਰ ਪਹਿਲੇ ਵੀ ਡੋਨ ਹੋ ਤੁਸੀਂ, ਫਕੀਰ ਬਰਾਦਰੀ ਹੈ। ਅਸੀਂ ਤੇ ਇਸੇ ਗੱਲੋਂ ਪਹਿਲਾਂ ਵੀ 2 ਲੱਖ ਭਰਤਾ ਸੀ ਕਿ ਲੜਾਈ ਨਾ ਹੋ। ਅੱਛਾ ਹਾਂਜੀ ਲੇਕਿਨ ਉਹਨਾਂ ਨੇ ਨਹੀਂ ਜਾਨ ਛੱਡੀ। ਪਹਿਲ ਉਹਨਾਂ ਨੇ ਕੀਤੀ ਹੈ ਸਰ, ਅਸੀਂ ਨਹੀਂ ਕੀਤੀ। ਪਹਿਲ ਉਹਨਾਂ ਨੇ ਕੀਤੀ ਹੈ। ਕੀ ਕੀਤੀ ਪਹਿਲ ਉਹ ਤਾਂ ਦੱਸੋ ਨਾ, ਉਹ ਵੀ ਪਤਾ ਲੱਗੇ। ਪਹਿਲਾਂ ਗੁੱਡਿਆ ਇਸੇ ਗੱਲ ਤੋਂ ਕਿ ਜਗ੍ਹਾ ਦੀ ਵਜ੍ਹਾ ਤੋਂ ਪਹਿਲਾਂ ਹੀ ਖਾਰ ਰੱਖਦੇ ਸੀ, ਤੁਹਾਨੂੰ ਪਹਿਲਾਂ ਵੀ ਦੱਸਿਆ। ਕਿੰਨੇ ਕੁ ਮੁੰਡੇ ਉਹਨਾਂ ਦੇ? ਉਹਨਾਂ ਦੇ ਬੜੇ ਮੁੰਡੇ ਨੇ, ਉਹ ਪੂਰਾ ਮਹੱਲਾ ਹੀ ਉਹਨਾਂ ਦਾ ਸਰ, ਸਾਡਾ ਇਕੱਲਾ ਘਰ ਹੈ, ਮਹੱਲਾ ਪੂਰਾ ਉਹਨਾਂ ਦਾ ਹੈ। ਫਿਰ ਕਿਹਦੇ ਤੇ ਲੜਨ ਆਏ ਤੁਸੀਂ? ਅਸੀਂ ਕਿਹਦੇ ਤੇ ਲੜਨਾ ਸੀ ਸਰ, ਅਸੀਂ ਇਕੱਲਾ ਘਰ ਹੀ ਉੱਥੇ। ਨਹੀਂ 15 ਬੰਦੇ ਕਿਹਦੇ ਤੇ ਬਹਿ ਕੇ ਆਏ? ਮੋਟਰਸਾਈਕਲਾਂ ਤੇ, ਗੱਡੀ ਤੇ? ਮੋਟਰਸਾਈਕਲ ਤੇ ਸਰ ਮੋਟਰਸਾਈਕਲਾਂ ਤੇ ਆਏ। ਫਿਰ ਐਕਸ਼ਨ ਕੀਤਾ, ਕਮਾਂਡੋ ਐਕਸ਼ਨ ਕੀਤਾ? ਐਕਸ਼ਨ ਕੀ ਸਰ, ਅਸੀਂ ਆਪਣੇ ਘਰ ਆ ਗਏ। ਹਾਂਜੀ ਚਾਚਾ ਕੀ ਗੱਲ ਹੈ? ਪਤਾ ਲੱਗੇ ਨਾ, ਨਾਲ 2 ਬੱਚੇ ਵੀ ਹੈ, ਭਤੀਜਾ ਵੀ ਹੈ। ਕੀ ਇੱਕ ਬੱਚੀ ਜਿਹੜੀ ਹੈ ਉਹ ਗੋਲੀਆਂ ਦੀ ਦਾਚੂ ਆ ਗਈ। ਜਨਾਬ ਕੋਈ ਅਮਨ ਦੇ ਨਾਲ, ਵੱਡੇ ਤੇ ਹਮੇਸ਼ਾ ਆਪਣੇ ਬੱਚਿਆਂ ਨੂੰ ਬਚਾਉਂਦੇ ਇਹੋ ਜਿਹੀ ਤਕਲੀਫਾਂ ਦੇ ਵਿੱਚੋਂ, ਉਹਨਾਂ ਨੂੰ ਦੂਸਰੇ ਤਰਫ ਲੈ ਕੇ ਜਾਂਦੇ। ਇਹ ਕਿਹੜੇ ਵੱਡੇ ਹੁੰਦੇ ਆ ਜਿਹੜੇ ਇਸ ਮਾਮਲੇ ਨੂੰ ਬਖੇਰ ਦੇਣ ਔਰ ਆਪ ਦੀ ਹੱਥਕੜੀਆਂ ਦੇ ਵਿੱਚ ਆ ਜਾਣ ਤੇ ਆਪਣੇ ਬੱਚਿਆਂ ਨੂੰ ਵੀ ਪਵਾ ਦੇਣ? ਸਰ ਗਲਤੀ ਹੈ, ਜਿਸ ਤਰ੍ਹਾਂ ਇਹ ਗਲਤ ਹੋ ਗਈ, ਅੱਲਾਹ ਪਾਕ ਮਾਫ ਕਰ ਦੇਗਾ। ਅੱਲਾਹ ਮਾਫ ਕਰਨ ਵਾਲਾ ਜਨਾਬ, ਸਾਨੂੰ ਖੁਦਾ ਮਾਫ ਕਰੇਗਾ। ਚਲੋ ਅੱਲਾਹ ਪਾਕ ਸਭ ਨੂੰ ਮਾਫ ਕਰ ਦੇ। नाजरीन, छोटी मोटी लड़ाइयां और चौधराहट के तनाजे किस तरह एक बड़े साने का सबब बन जाते हैं वो आप जान चुके। तफ्तीशी का आपको मशवरा है कि इन छोटी मोटी लड़ाइयां और चौधराहट के तनाजों को हल किया जाए, ना कि ऐसे भयानक अंजाम की तरफ जाया जाए जिसका रास्ता
और जिससे वापसी बहुत मुश्किल है। अपने इर्द गिर्द होने वाले जुर्म को फौरी 15 पर रिपोर्ट कीजिए। अपने मेजबान सलमान कुरैशी को इजाजत दीजिए। अल्लाह निगहबान।